ਬੱਚੇ ਕਾਰਟੂਨ ਕਿਉਂ ਚਲੇ ਜਾਂਦੇ ਨੇ, ਉਹਨਾਂ ਨੂੰ ਭੂਤਾਂ ਵਾਲੀਆਂ ਗੱਲਾਂ ਸੁਣਨੀਆਂ ਕਿਉਂ ਪਸੰਦ ਲੱਗਦੀਆਂ। ਕਾਰਟੂਨ ਸੱਚਮੁੱਚ ਦੇਖਣ ਵਾਲੀ ਚੀਜ਼ ਹੁੰਦੇ, ਵੈਸੇ ਵੱਡਿਆਂ ਨੂੰ ਵੀ ਦੇਖ ਲੈਣੇ ਚਾਹੀਦੇ। ਉਹ ਸਿਰੇ ਦੀ ਕ੍ਰੀਏਟੀਵਿਟੀ ਹੁੰਦੀ ਉਹਨਾਂ 'ਚ। ਬੱਚਿਆਂ ਦਾ ਸਾਹਿਤ ਕੀ ਹੋਣਾ ਚਾਹੀਦਾ ਹੈ? ਇਹ ਕਹਾਣੀ ਹੈ 7 ਪਰੀਆਂ। ਗਵਾਚਿਆ ਮੁੰਡਾ ਬਹੁਤ ਸ਼ਾਨਦਾਰ ਨਾਵਲ ਆ। ਉਸ ਨਾਵਲ ਦੇ ਵਿੱਚ ਉਹਨਾਂ ਨੇ ਇੱਕ ਐਸੇ ਬੱਚੇ ਦੀ ਕਹਾਣੀ ਘੜੀ ਆ ਜਿਹੜਾ ਸਕੂਲ ਜਾਂਦਾ, ਪੜ੍ਹਨ ਤੋਂ ਡਰਦਾ, ਕੰਮ ਨਹੀਂ ਕਰਨਾ ਚਾਹੁੰਦਾ, ਪੇਪਰਾਂ 'ਚ ਬਿਨਾਂ ਮਿਹਨਤ ਤੋਂ ਪਾਸ ਹੋਣਾ ਚਾਹੁੰਦਾ। ਉਹੀ ਕਹਾਣੀਕਾਰ ਨੇ ਜਿਨ੍ਹਾਂ ਨੇ ਲਿਖਿਆ ਸੀ ਮੈਂ ਹੁਣ ਚੌੜ ਨਹੀਂ ਕਰਦਾ। ਬਿਲਕੁਲ, ਬਹੁਤ ਖੂਬਸੂਰਤ ਬਹੁਤ ਸ਼ਾਨਦਾਰ ਕਹਾਣੀ ਆ। ਤੁਸੀਂ ਉਹਦਾ ਰੈਫਰੈਂਸ ਦਿੱਤਾ, ਉਹ ਕਹਾਣੀ ਤੁਸੀਂ ਮੈਂ ਪੜ੍ਹੀ ਵੀ, ਉਹ ਤੇ ਨਾਟਕ ਵੀ ਬਣਾਇਆ। ਮੈਂ ਉਹ ਕਹਾਣੀ ਲੂ ਕੰਡੇ ਖੜੇਗਾ। ਬਿਲਕੁਲ, ਗਿਣਤੀ ਕਰਨੀ ਸ਼ੁਰੂ ਕਰ ਦਿਓ, ਪੋਟਿਆਂ ਤੇ ਗਿਣਨੇ ਸ਼ੁਰੂ ਕਰ ਦਿਓ। ਪੂਰਨ ਤੌਰ ਤੇ ਬਾਲ ਸਾਹਿਤ ਲਿਖਣ ਵਾਲੇ ਬੰਦੇ ਸਾਡੇ ਕੋਲੇ 2-3 ਹੀ ਨੇ ਬਸ ਪੰਜਾਬੀ ਦੇ ਵਿੱਚ। ਪੂਰੀ ਕੜਾਹੀ ਚੋਂ ਭੱਜ ਗਈ, ਹਨਾ, ਪਿਆਸਾ ਕਾਂ ਜਾਂ ਕਾਂ ਤੇ ਲੂੰਬੜੀ, ਉਹ ਕਹਾਣੀਆਂ ਅੱਜ ਵੀ ਮੈਨੂੰ ਵੀ ਚੇਤੇ ਆ। ਤੇ ਜੇ ਉਹਨੂੰ ਵੀ ਸੁਣਾਉਣੇ ਆ ਨਾ, ਉਸ ਬੱਚੇ ਨੂੰ ਵੀ, ਮੇਰੇ ਬੱਚੇ ਨੂੰ ਜਾਂ ਕਿਸੇ ਵੀ ਬੱਚੇ ਨੂੰ ਸੁਣਾਈਏ, ਮੈਨੂੰ ਲੱਗਦਾ ਉਹ ਇੰਟਰਸਟ ਪੈਦਾ ਕਰਦੀਆਂ ਨੇ। ਲੂੰਬੜੀ ਵਾਲੀ ਕਹਾਣੀ ਬਹੁਤ ਖੂਬਸੂਰਤ ਕਹਾਣੀ ਆ, ਪਰ ਮੈਨੂੰ ਲੱਗਦਾ ਕਿ ਹੁਣ ਸਾਨੂੰ ਉਹਦੇ ਨਵੇਂ ਜਿਹੜੇ ਆ ਨਾ, ਨਵੇਂ ਵਰਜ਼ਨ ਲੱਭਣੇ ਪੈਣਗੇ। ਅਗਲੀਆਂ ਗੱਲਾਂ ਸੋਚਣੀਆਂ ਪੈਣਗੀਆਂ ਕਿ ਹੁਣ ਅੱਜ ਦੀ ਲੂੰਬੜੀ ਕਿਸ ਤਰ੍ਹਾਂ ਸੋਚ ਰਹੀ ਆ। ਕਹਾੜੇ ਵਾਲੀ ਤੁਸੀਂ ਕਹਾਣੀ ਸੁਣਾ ਰਹੀ, ਲੱਕੜਹਾਰੇ ਵਾਲੀ, ਵੀ ਤੁਸੀਂ ਉਸ ਤੇ ਇੱਕ ਨਵੀਂ ਵੀ ਉਸ ਤੋਂ ਅਗਲੀ ਪੀੜ੍ਹੀ ਆ ਗਈ ਜੀ ਉਸ ਲੱਕੜਹਾਰੇ ਦੀ, ਉਹ ਥੋੜੀ ਜਿਹੀ ਸਾਂਝੀ ਕਰੋ। ਤਾਂ ਮੁੰਡਾ ਸੋਚਦਾ ਵੀ ਬਾਪੂ ਕਮਲਾ ਸੀ, ਮੈਂ ਕੁਛ ਨਵੀਂ ਜੁਗਤ ਲੜਾਉਣਾ। ਉਹ ਵੀ ਉਸੇ ਤਰ੍ਹਾਂ ਨਦੀ 'ਚ ਜਾ ਕੇ ਕੁਹਾੜਾ ਸੁੱਟ ਦਿੰਦਾ, ਦੇਵਤਾ ਪ੍ਰਗਟ ਹੁੰਦਾ, ਸੋਨੇ ਦਾ ਕੁਹਾੜਾ ਕੱਢ ਕੇ ਲੈ ਕੇ ਆਉਂਦਾ। ਉਹ ਕਹਿੰਦਾ ਵੀ ਲੈ, ਉਹਦੇ ਮਨ 'ਚ ਲਾਲਚ ਹੁੰਦਾ ਨਾ, ਮਤਲਬ ਸਿੱਟਾ, ਉਹ ਅਕਸਰ ਕਹਿੰਦੇ ਸਿੱਟਾ ਹੀ ਨਿਕਲਿਆ, ਮਿਹਨਤ ਕਰਨੀ ਪੈਣੀ। ਜਾਂ ਤੁਸੀਂ ਜਿਹੜਾ ਲਾਲਚ ਨਹੀਂ ਕਰ ਸਕਦੇ, ਉਹਦਾ ਵੀ ਨਤੀਜਾ ਲਾਸਟ ਤੇ ਬਿਲਕੁਲ ਜ਼ੀਰੋ ਹੋ ਜਾਂਦਾ। ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਸਾਡੀ ਪੰਜਾਬੀ ਕਹਾਣੀ, ਜਾਂ ਬਾਲ ਸਾਹਿਤ ਕਿਹੋ ਜਿਹਾ ਹੋਣਾ ਚਾਹੀਦਾ? ਬੱਚਿਆਂ ਦੇ ਸਾਹਿਤ ਦਾ ਸਭ ਤੋਂ ਜ਼ਰੂਰੀ ਐਲੀਮੈਂਟ ਇਹ ਆ ਕਿ ਉਹਨਾਂ ਨੂੰ ਬਹੁਤ ਹਲਕੇ ਫੁਲਕੇ ਲਹਿਜੇ ਦੇ ਵਿੱਚ ਤੁਸੀਂ ਸੋਹਣੀਆਂ ਗੱਲਾਂ ਵੀ ਦੱਸਣੀਆਂ, ਸੁਨੇਹਾ ਵੀ ਦੇਣਾ, ਰੌਚਕਤਾ ਵੀ ਬਣਾਉਣੀ, ਔਰ ਉਹਨਾਂ ਦਾ ਜਿਹੜਾ ਕਲਪਨਾ ਸੰਸਾਰ ਆ ਉਹਨੂੰ ਵੀ ਰੁਝਾਈ ਰੱਖਣਾ। ਲਾਇਬ੍ਰੇਰੀ ਪ੍ਰੋਗਰਾਮ ਤੁਸੀਂ ਦੇਖ ਰਹੇ ਹੋ, ਤੇ ਇਸ ਪ੍ਰੋਗਰਾਮ ਤਹਿਤ ਅੱਜ ਅਸੀਂ ਇੱਕ ਨਵੀਂ ਕਿਤਾਬ ਲੈ ਕੇ ਆਏ, ਤੇ ਇਸ ਕਿਤਾਬ ਦੇ ਰਾਹੀਂ ਅਸੀਂ ਬੱਚਿਆਂ ਦੇ ਮਨ ਦੇ ਉੱਤੇ ਗੱਲ ਕਰਾਂਗੇ। ਬੱਚਿਆਂ ਦਾ ਸਾਹਿਤ ਕੀ ਹੋਣਾ ਚਾਹੀਦਾ ਹੈ? ਇਹ ਕਹਾਣੀ ਹੈ 7 ਪਰੀਆਂ। ਇਹ ਪਰੀਆਂ 7 ਕੀ ਕਹਿੰਦੀਆਂ ਨੇ, ਤੇ ਇਸ ਕਿਤਾਬ ਦੀਆਂ ਕਹਾਣੀਆਂ ਕੀ ਕਹਿੰਦੀਆਂ ਨੇ। ਇਸ ਕਿਤਾਬ ਨੂੰ ਜੋ ਲਿਖਿਆ, ਇਸ ਕਹਾਣੀਆਂ ਨੂੰ ਲਿਖਿਆ ਹੈ ਸਿਮਰਨ ਧਾਲੀਵਾਲ, ਮੇਰੇ ਮਿੱਤਰ ਨੇ। ਇਹ ਸਾਡੇ ਕੋਲੇ ਅਕਸਰ ਆਉਂਦੇ ਰਹਿੰਦੇ ਨੇ, ਤੇ ਅੱਜ ਕਹਿ ਰਹੇ ਸੀ, ਤੇ ਮੇਰੇ 3-4 ਗੇੜੇ ਲੱਗ ਗਏ ਨੇ, ਤੇ ਮੈਨੂੰ ਲੱਗਦਾ ਸੀ ਇਹਨਾਂ ਨੂੰ ਪੱਕੀ ਰੱਖ ਲੈਣਾ ਹੈਗਾ ਕਿਤਾਬਾਂ ਦੇ ਉੱਤੇ ਚਰਚਾ ਕਰਨ ਲਈ। ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਮੈਨੂੰ ਖੁਸ਼ੀ ਹੈ ਕਿ ਤੁਸੀਂ ਪਹਿਲੇ ਸੱਦੇ ਦੇ ਉੱਤੇ ਪੱਟੀ ਤਰਨ ਤੋਂ ਲੈ ਕੇ ਮਤਲਬ 4-5 ਘੰਟਿਆਂ ਦਾ ਸਫ਼ਰ ਹੁੰਦਾ ਹੈ, ਇੱਕ ਵਾਰੀ ਤੁਹਾਨੂੰ ਕਾਲ ਕਰੀ ਦੇ, ਤੁਸੀਂ ਨਾਲ ਦੀ ਨਾਲ ਸਾਡੇ ਕੋਲੇ ਪਹੁੰਚ ਜਾਂਦੇ। ਮੈਂ ਬਹੁਤ ਵਿਹਲਾ ਇਹਨਾਂ ਕੰਮਾਂ ਲਈ, ਤੁਸੀਂ ਜਿੰਨੀ ਵਾਰ ਵੀ ਬੁਲਾਓਗੇ ਮੈਂ ਜਿਵੇਂ ਉਹ ਪੰਜਾਬੀ 'ਚ ਕਿਹਾ ਜਾਂਦਾ, ਪੈਰ ਜੁੱਤੀ ਨਾ ਪਾਵਾਂ, ਸੱਦੀ ਹੋਈ ਮਿੱਤਰਾਂ ਦੀ। ਬਿਲਕੁਲ ਨਹੀਂ, ਅੱਜ ਕੱਲ੍ਹ ਵੈਸੇ ਕਹਿੰਦੇ ਨਾ ਬੰਦਿਆਂ ਕੋਲੇ ਟਾਈਮ ਨਹੀਂ ਹੁੰਦਾ ਹੈਗਾ। ਨਹੀਂ, ਉਹ ਬੰਦਾ ਕਹਿੰਦਾ ਮੈਂ ਤਾਂ ਬਿਜੀ ਬੜਾ ਹੈਗਾ ਯਾਰ। ਜਿੱਥੇ ਮੁਹੱਬਤ ਹੋਵੇ ਉੱਥੇ ਸਾਰਾ ਕੁਝ ਹੀ ਹੁੰਦਾ, ਕੋਈ ਇਸ ਕਿਸਮ ਦੀ ਵੀ ਗੱਲ ਨਹੀਂ। ਜਿਨ੍ਹਾਂ ਕੋਲੇ ਟਾਈਮ ਨਹੀਂ ਹੁੰਦਾ ਉਹਨਾਂ ਕੋਲੇ ਵੀ ਕਿਸੇ ਲਈ ਟਾਈਮ ਤਾਂ ਹੁੰਦਾ ਹੀ ਆ ਨਾ। ਹਾਂ, ਇਹ ਤਾਂ ਹੈ। ਇਹ ਨਿਸ਼ਾਨ ਹਰ ਬੰਦੇ ਨੇ ਆਪਣੇ ਇੱਕ ਖਾਨੇ ਰੱਖੇ ਹੋਏ ਨੇ ਵੀ ਕਿਹਦੇ ਲਈ ਕਿਵੇਂ ਦਾ ਕੁਝ ਤੁਸੀਂ ਵਰਤਣਾ, ਕਰਨਾ, ਰੱਖਣਾ। ਅੱਜ ਫਿਰ ਆਪਾਂ ਬਾਲ ਸਾਹਿਤ ਦੇ ਉੱਤੇ ਗੱਲ ਕਰਾਂਗੇ। ਬਾਲ ਸਾਹਿਤ ਬਹੁਤ ਲਿਖਿਆ ਜਾ ਰਿਹਾ ਪੰਜਾਬੀ ਦੇ ਵਿੱਚ ਵੀ। ਆਪਾਂ ਜੇ ਗੱਲ ਕਰਦੇ ਹਾਂ, ਜੇ ਮੈਂ ਆਪਣੀ ਗੱਲ ਕਰਦਾ, ਮੈਂ ਸ਼ੁਰੂਆਤ ਦੇ ਸਮੇਂ 'ਚ ਕੋਮਿਕਸ ਜਿਹੜੀਆਂ ਆਉਂਦੀਆਂ ਸੀ, ਨਾਗਰਾਜ, ਹੋਰ ਜਿਹੜੀਆਂ ਇਹੋ ਜਿਹੀਆਂ ਛੋਟੀਆਂ ਉਹ ਲੈ ਕੇ ਆਉਂਦੀਆਂ ਸੀ, 1-1 ਰੁਪਏ ਤੇ ਕਿਰਾਏ ਤੇ ਲੈ ਕੇ ਆਉਂਦੇ ਸੀ। ਉਹ ਅਸਰ ਵੀ ਕਰਦੀਆਂ ਸੀ। ਇੱਕ ਤਾਂ ਤੁਸੀਂ ਪੜ੍ਹਨ ਲਈ ਜੁੜਦੇ ਸੀ, ਉਹਦੀ ਤਸਵੀਰਾਂ ਹੁੰਦੀਆਂ ਸੀ, ਪਰੀਆਂ ਦੀਆਂ ਕਹਾਣੀਆਂ ਹੁੰਦੀਆਂ ਸੀ, ਜਾਂ ਦਾਦੀਆਂ ਨਾਨੀਆਂ ਜੋ ਸਾਨੂੰ ਕਹਾਣੀਆਂ ਸੁਣਾਉਂਦੀਆਂ ਸੀ, ਉਹ ਵੀ ਪਰੀਆਂ ਦੀਆਂ, ਦੈਂਤਾਂ ਦੀਆਂ ਕਹਾਣੀਆਂ, ਉਹਦੇ ਨਾਲ ਇੰਟਰਸਟ ਬਣਦਾ ਸੀ। ਪਰ ਜਦੋਂ ਅੱਜ ਦੇ ਬਾਲ ਸਾਹਿਤ ਦੀ ਗੱਲ ਕਰਦੇ ਹਾਂ, ਜਿੰਨਾ ਕੁ ਮੈਂ ਪੜ੍ਹਿਆ, ਜਿੰਨੇ ਕਿਤਾਬਾਂ ਮੇਰੇ ਕੋਲ ਪਹੁੰਚਦੀਆਂ ਨੇ, ਮੈਨੂੰ ਉਹ 'ਚ ਨਾ ਤਾਂ ਕਥਾ ਰਸ ਲੱਭਦਾ, ਨਾ ਕੁਝ ਇਹੋ ਜਿਹੀ ਘਟਨਾ ਲੱਭਦੀ ਹੈ ਜਿਹ 'ਚ ਬੱਚੇ ਉਸ 'ਚ ਵਿੱਚ ਵੜ ਜਾਣ ਵੀ ਯਾਰ ਹਾਂ ਅਸੀਂ, ਜਿਵੇਂ ਹੁਣ ਕਾਰਟੂਨ ਆ, ਬੱਚੇ ਕਾਰਟੂਨ ਕਿਉਂ ਚਲੇ ਜਾਂਦੇ ਨੇ, ਉਹਨਾਂ ਨੂੰ ਭੂਤਾਂ ਵਾਲੀਆਂ ਗੱਲਾਂ ਸੁਣਨੀਆਂ ਕਿਉਂ ਪਸੰਦ ਲੱਗਦੀਆਂ, ਉਹਨਾਂ ਨੂੰ ਜਾਦੂ ਦੇ ਸ਼ੋਅ ਦੇਖਣੇ ਕਿਉਂ ਪਸੰਦ ਲੱਗਦੇ ਆ। ਤਾਂ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਸਾਡੀ ਪੰਜਾਬੀ ਕਹਾਣੀ, ਜਾਂ ਬਾਲ ਸਾਹਿਤ ਕਿਹੋ ਜਿਹਾ ਹੋਣਾ ਚਾਹੀਦਾ? ਦੇਖੋ, ਪਹਿਲੀ ਤਾਂ ਗੱਲ ਜਿਹੜੀ ਮੈਂ ਥੋੜ੍ਹੀ ਜਿਹੀ ਸਹੀ ਕਰਨੀ ਚਾਹਾਂਗਾ, ਪੰਜਾਬੀ 'ਚ ਬਾਲ ਸਾਹਿਤ ਬਹੁਤ ਥੋੜ੍ਹਾ ਲਿਖਿਆ ਜਾ ਰਿਹਾ। ਮਤਲਬ ਜਿਵੇਂ ਤੁਹਾਨੂੰ ਲੱਗਿਆ ਜ਼ਿਆਦਾ ਲਿਖਿਆ ਜਾ ਰਿਹਾ ਜਾਂ ਜ਼ਿਆਦਾ ਲੋਕ ਇੰਜ ਦੀ ਗੱਲ ਨਹੀਂ ਹੈ। ਇਹਦੇ 'ਚ ਵੀ ਅਗਲਾ ਇੱਕ ਪਹਿਲੂ ਹੋਰ ਆ, ਘੱਟ ਤਾਂ ਲਿਖਿਆ ਹੀ ਜਾ ਰਿਹਾ, ਨਾਲ ਹੀ ਸਾਡੇ ਕੋਲੇ ਕੋਈ ਪੂਰੀ ਤਰ੍ਹਾਂ ਬਾਲ ਸਾਹਿਤ ਨੂੰ ਸਮਰਪਿਤ ਲੇਖਕਾਂ ਦੀ ਸੂਚੀ ਨਹੀਂ ਹੈ। ਤੁਸੀਂ
ਗਿਣਤੀ ਕਰਨੀ ਸ਼ੁਰੂ ਕਰ ਦਿਓ, ਪੋਟਿਆਂ ਤੇ ਗਿਣਨੇ ਸ਼ੁਰੂ ਕਰ ਦਿਓ ਜੀ ਪੂਰਨ ਤੌਰ ਤੇ ਬਾਲ ਸਾਹਿਤ ਲਿਖਣ ਵਾਲੇ ਬੰਦੇ ਸਾਡੇ ਕੋਲੇ 2-3 ਹੀ ਨੇ ਬਸ ਪੰਜਾਬੀ ਦੇ ਵਿੱਚ। ਜੀ ਉਹ 4 ਹੋ ਸਕਦੇ, ਸ਼ਾਇਦ 5 ਵੀ ਹੋ ਸਕਦੇ, ਮੈਂ ਕੋਈ ਉਸ ਤਰ੍ਹਾਂ ਆਪਾਂ ਕੋਈ ਅੰਕੜਿਆਂ ਦੀ ਗੱਲ ਨਹੀਂ ਕਰ ਰਹੇ ਜੀ, ਪਰ ਸਾਡੇ ਕੋਲੇ ਹੈ ਨਹੀਂ ਬਾਲ ਸਾਹਿਤ ਨੂੰ ਸਮਰਪਿਤ ਲੇਖਕ। ਮੈਂ ਜਿਵੇਂ ਬਾਲ ਕਹਾਣੀਆਂ ਦੀ, ਤੁਸੀਂ ਮੇਰੀਆਂ ਬਾਲ ਕਹਾਣੀਆਂ ਦੀ ਗੱਲ ਕੀਤੀ, ਮੈਂ 2 ਕਿਤਾਬਾਂ ਲਿਖੀਆਂ ਜਾਂ 3 ਲਿਖੀਆਂ ਜੀ, ਪਰ ਮੇਰਾ ਕਿਉਂਕਿ ਫੀਲਡ ਕਹਾਣੀ ਦਾ, ਤਾਂ ਉਹ ਕਹਾਣੀ ਲਿਖਦਿਆਂ ਕਦੇ ਮੈਂ ਬੱਚਿਆਂ ਲਈ ਕੁਝ ਕਰ ਲੈਣਾ। ਇਵੇਂ ਹੀ ਸਾਡੇ ਹੋਰ ਦੋਸਤ ਵੀ ਨੇ, ਸਾਰਿਆਂ ਦੀਆਂ ਬੱਚਿਆਂ ਦੀਆਂ ਕਿਤਾਬਾਂ ਛਪੀਆਂ ਹੋਈਆਂ ਨੇ। ਤੁਸੀਂ ਦੇਖੋ ਜਸਵੰਤ ਸਿੰਘ ਕੰਵਲ ਹੁਣਾਂ ਨੂੰ ਤੁਸੀਂ ਨਾਵਲਕਾਰ ਦੇ ਤੌਰ ਤੇ ਜਾਣਦੇ ਆ ਜੀ, ਪਰ ਬੱਚਿਆਂ ਲਈ ਵੀ ਉਹਨਾਂ ਨੇ 2-3 ਕਿਤਾਬਾਂ ਕੀਤੀਆਂ ਸੀ। ਹੁਣੇ ਹੀ ਸਾਡੇ ਲਈ ਬੜੀ ਖੁਸ਼ੀ ਵਾਲੀ ਗੱਲ ਆ ਕਿ ਹਾਲ ਹੀ ਫਿਲਹਾਲ 2-3 ਦਿਨ ਪਹਿਲਾਂ ਬਾਈ ਗੁਰਮੀਤ ਕੰਡਿਆਲਵੀ ਨੂੰ ਬਾਲ ਸਾਹਿਤ ਲਈ ਸਾਹਿਤ ਅਕੈਡਮੀ ਦਾ ਪੁਰਸਕਾਰ ਮਿਲਿਆ। ਬੜੀ ਖੁਸ਼ੀ ਵਾਲੀ ਗੱਲ ਆ। ਪਰ ਇਹਦੇ 'ਚ ਵੀ ਯਕੀਨਨ ਇਹ ਗੱਲ ਸਾਨੂੰ ਕਹਿਣੀ ਕਰਨੀ ਪਊਗੀ ਕਿ ਕੰਡਿਆਲਵੀ ਹੁਣਾਂ ਦਾ ਵੀ ਫੀਲਡ ਜਿਹੜਾ ਕਹਾਣੀ ਦਾ ਵਾ, ਉਹਨਾਂ ਦੀ ਪਛਾਣ ਕਹਾਣੀਆਂ ਕਰਕੇ ਆ, ਕਹਾਣੀਕਾਰ ਵਜੋਂ ਆ। ਹਾਲਾਂਕਿ ਉਹਨਾਂ ਨੇ ਬੱਚਿਆਂ ਲਈ ਕਾਫੀ ਕੁਝ ਕੀਤਾ ਹੋਇਆ ਜੀ, ਪਰ ਫਿਰ ਵੀ ਬਾਹਰ ਲੋਕ ਜਾਂ ਉਸ ਤਰ੍ਹਾਂ ਦੀ ਉਹਨਾਂ ਦੀ ਪਛਾਣ ਜਿਹੜੀ ਆ ਉਹ ਬੱਚਿਆਂ ਦਾ ਸਾਹਿਤ ਲਿਖਣ ਕਰਕੇ ਨਹੀਂ ਸੀ ਹੈ। ਅਤੇ ਅਸੀਂ ਉਮੀਦ ਕਰਦੇ ਸੀ ਕਿ ਉਹਨਾਂ ਨੂੰ ਕਹਾਣੀ ਲਈ ਬਾਲ ਸਾਹਿਤ ਜਿਹੜਾ ਅਕੈਡਮੀ ਦਾ ਪੁਰਸਕਾਰ ਮਿਲੇਗਾ, ਪਰ ਅਚਾਨਕ ਬਾਲ ਸਾਹਿਤ ਲਈ ਮਿਲ ਗਿਆ। ਔਰ ਚਰਚਾ ਦਾ ਵਿਸ਼ਾ ਵੀ ਰਿਹਾ ਕਿ ਇੱਕ ਤਰ੍ਹਾਂ ਨਾਲ ਇਹ ਥੋੜ੍ਹਾ ਜਿਹਾ ਗੜਬੜ ਹੋ ਗਈ, ਹੈ ਨਾ। ਸੋ ਉਵੇਂ ਸਾਡੇ ਕੋਲੇ ਨਾ ਜਿਵੇਂ ਭੀਖੀ ਹੁਣੀ ਨੇ, ਸਤਪਾਲ ਭੀਖੀ ਹੁਣੀ ਬੱਚਿਆਂ ਲਈ ਕਾਫੀ ਕੰਮ ਕਰਦੇ ਨੇ, ਪਰ ਉਹਨਾਂ ਦੀ ਪ੍ਰਤੀਬੱਧਤਾ ਜਿਹੜੀ ਆ ਉਹ ਕਵਿਤਾ ਨਾਲ ਵੀ ਹੈ, ਮੁਹੱਬਤ ਉਹਨਾਂ ਦੀ ਕਵਿਤਾ ਵਾ ਜੀ, ਤਾਂ ਉਹ ਨਾਲ ਬੱਚਿਆਂ ਲਈ ਲਿਖਦੇ। ਸੋ ਉਸ ਕਰਕੇ ਲਿਖਣ ਵਾਲੇ ਥੋੜ੍ਹੇ ਨੇ ਸਾਡੇ ਕੋਲੇ। ਦੂਸਰੀ ਗੱਲ ਜਿਹੜੀ ਰੌਚਕਤਾ ਦੀ ਗੱਲ ਕੀਤੀ, ਰੌਚਕਤਾ ਦਾ ਪਿੱਛੇ ਵੀ ਮੈਨੂੰ ਲੱਗਦਾ ਕਿ ਸ਼ਾਇਦ ਇਹੀ ਇੱਕ ਕਾਰਨ ਆ ਕਿ ਜਦੋਂ ਲੋਕ ਹੀ ਬਹੁਤ ਥੋੜ੍ਹੇ ਨੇ, ਜ਼ਿਆਦਾ ਲੋਕ ਆਉਣਗੇ, ਮੁਕਾਬਲਾ ਹੋਏਗਾ ਉਸ ਢੰਗ ਦੇ ਨਾਲ, ਤੁਸੀਂ ਇੱਕ ਦੂਜੇ ਤੋਂ ਸੋਹਣਾ ਲਿਖਣਾ ਚਾਹੋਗੇ, ਤੁਹਾਡੇ ਸਾਹਮਣੇ ਇੱਕ ਕਹਿ ਲਓ ਕਿ ਜ਼ਮੀਨ ਹੋਏਗੀ ਜੀ, ਹੈ ਨਾ, ਪ੍ਰੇਰਨਾ ਹੋਏਗੀ। ਹੁਣ ਜਦੋਂ ਲਿਖਿਆ ਹੀ ਨਹੀਂ ਜਾ ਰਿਹਾ ਜਾਂ ਬਹੁਤ ਥੋੜ੍ਹਾ ਲਿਖਿਆ ਜਾ ਰਿਹਾ, ਜਾਂ ਅਸੀਂ ਬਹੁਤ ਹੱਦ ਤੱਕ ਇਸ ਤਰ੍ਹਾਂ ਵੀ ਕਰਨ ਲੱਗ ਜਾਂਦੇ ਕਈ ਵਾਰ ਕਿ ਅਸੀਂ ਇਹ ਸੋਚਦੇ ਹਾਂ ਕਿ ਜਿਹੜੀ ਗੱਲ ਦੇ ਵਿੱਚ ਬੱਚਿਆਂ ਦੀ ਗੱਲ ਕੀਤੀ ਜਾਂ ਕੋਈ ਬੱਚਿਆਂ ਨੂੰ ਸੁਨੇਹਾ ਦਿੱਤਾ ਉਹ ਬਾਲ ਸਾਹਿਤ ਹੋ ਗਿਆ ਜੀ। ਉਹ ਬਾਲ ਸਾਹਿਤ ਨਹੀਂ ਹੁੰਦਾ। ਬਾਲ ਸਾਹਿਤ ਦਾ ਮਨੋਰਥ ਹੀ ਇਹ ਹੋਣਾ ਚਾਹੀਦਾ ਜਾਂ ਇਹ ਹੁੰਦਾ ਕਿ ਉਹ ਬੱਚਿਆਂ ਦੀ ਮਨੋਦਸ਼ਾ ਨੂੰ ਫੜੇ। ਬੱਚੇ ਸੋਚਦੇ ਕਿਵੇਂ ਨੇ, ਬੱਚਿਆਂ ਦਾ ਕਲਪਨਾ ਸੰਸਾਰ ਕਿਵੇਂ ਦਾ, ਕਿਸੇ ਚੀਜ਼ ਨੂੰ ਲੈ ਕੇ ਬੱਚਿਆਂ ਦੀ ਕਿਸ ਤਰ੍ਹਾਂ ਦੀ ਮਾਨਸਿਕਤਾ ਵਾ, ਉਹਨਾਂ ਦੇ ਜ਼ਿਹਨ 'ਚ ਕੀ ਚੱਲ ਰਿਹਾ, ਉਹ ਕਿਸ ਤਰ੍ਹਾਂ ਦੀਆਂ ਰੁਚੀਆਂ ਦੇ ਮਾਲਕ ਨੇ। ਤੁਸੀਂ ਦੇਖੋ ਨਾ, ਆਪਾਂ ਸਾਰੇ ਬਚਪਨ ਹੰਡਾਇਆ ਹੋਇਆ, ਆਪਾਂ ਅਦਭੁਤ ਹੁੰਦਾ ਕਲਪਨਾ ਦਾ ਸੰਸਾਰ ਸਾਡਾ। ਬਿਲਕੁਲ, ਤੁਸੀਂ ਤਾਰਿਆਂ ਨੂੰ ਵੀ ਦੇਖਦੇ ਆ, ਤੁਸੀਂ ਭੂਤਾਂ ਪ੍ਰੇਤਾਂ ਕਿੰਨੀਆਂ ਤੁਸੀਂ ਸ਼ੁਰੂ 'ਚ ਗੱਲਾਂ ਸਾਰੀਆਂ ਕਰ ਗਏ, ਉਹ ਸਾਰੀਆਂ ਗੱਲਾਂ ਬੱਚੇ ਸੋਚਦੇ ਨੇ ਜੀ। ਉਹਨਾਂ ਦਾ ਇੱਕ ਸੰਸਾਰ ਬਹੁਤ ਵਿਸ਼ਾਲ ਹੁੰਦਾ। ਸੋ ਸਾਨੂੰ ਉਸ ਸੰਸਾਰ ਨੂੰ ਅਸੀਂ ਫੜਨਾ ਹੁੰਦਾ। ਚੀਜ਼ਾਂ ਬਾਰੇ ਬੱਚੇ ਕਿੱਦਾਂ ਸੋਚਦੇ ਨੇ, ਇਹ ਚੀਜ਼ ਫੜਨੀ ਹੁੰਦੀ। ਉਹਨਾਂ ਦੀ ਜ਼ਹਿਨੀਅਤ ਕਿਸ ਤਰ੍ਹਾਂ ਦੀ, ਇਹ ਚੀਜ਼ ਫੜਨੀ ਹੁੰਦੀ। ਕੋਈ ਇਕੱਲਾ ਸੁਨਾਹਾ ਦੇਣਾ ਜਾਂ ਲਾਸਟ ਤੇ ਕੋਈ ਇਸ ਤਰ੍ਹਾਂ ਦੀ ਵੀ ਸਿੱਖਿਆ ਕਿ ਸਬਰ ਦਾ ਫਲ ਮਿੱਠਾ ਹੁੰਦਾ, ਇੰਝ ਬਾਲ ਸਾਹਿਤ ਨਹੀਂ ਬਣ ਜਾਂਦਾ। ਸੋ ਜਿੱਥੇ ਇਸ ਤਰ੍ਹਾਂ ਦੀ ਗੱਲ ਹੋਏਗੀ ਉੱਥੇ ਯਕੀਨਨ ਉਸ ਤਰ੍ਹਾਂ ਦੀ ਰੌਚਕਤਾ ਜਿਹੜੀ ਤੁਸੀਂ ਲੱਭ ਰਹੇ ਆ, ਜਿਹੜੀ ਰੌਚਕਤਾ ਦੀ ਤੁਸੀਂ ਗੱਲ ਕਰ ਰਹੇ ਆ, ਉਹ ਨਹੀਂ ਹੋਏਗੀ। ਸੋ ਉਸ ਚੀਜ਼ ਤੋਂ ਬਚਣ ਦੀ ਲੋੜ ਆ ਔਰ ਉਸ ਚੀਜ਼ ਨੂੰ ਠੀਕ ਕਰਨ ਦੀ ਲੋੜ। ਮੈਂ ਤੁਹਾਨੂੰ ਆਪਣੇ ਤਜਰਬੇ, ਆਪਣੇ ਬੇਟੇ ਦੇ ਤਜਰਬੇ ਦੱਸਦਾ। ਉਹਨੂੰ ਮੈਂ ਕੁਝ ਕਿਤਾਬਾਂ ਪੰਜਾਬੀ ਦੀਆਂ ਮੇਰੇ ਕੋਲੇ ਕਹਾਣੀ ਦੀਆਂ ਗਈਆਂ, ਤਾਂ ਉਹ ਮੈਂ ਉਹਨੂੰ ਪੜ੍ਹ ਕੇ ਸੁਣਾ ਰਿਹਾ ਸੀ ਨਵੀਆਂ ਕਿਤਾਬਾਂ 'ਚੋਂ। ਉਹ ਕਹਿੰਦੇ ਇਹ ਕਹਾਣੀ ਤਾਂ ਬਹੁਤ ਸੌਖੀ ਹੈ, ਪਰ ਉਹਨੂੰ ਜਦੋਂ ਉਹ ਜਿਹੜੀ ਪੁਰਾਣੀ ਆਪਾਂ ਪੜ੍ਹੀਆਂ ਨੇ, ਪੂਰੀ ਕੜਾਹੀ 'ਚੋਂ ਭੱਜ ਗਈ, ਹਨਾ, ਪਿਆਸਾ ਕਾਂ ਜਾਂ ਕਾਂ ਤੇ ਲੂੰਬੜੀ, ਉਹ ਕਹਾਣੀਆਂ ਅੱਜ ਵੀ ਮੈਨੂੰ ਵੀ ਚੇਤੇ ਆ। ਤੇ ਜੇ ਉਹਨੂੰ ਵੀ ਸੁਣਾਉਣੇ ਆ ਨਾ, ਉਸ ਬੱਚੇ ਨੂੰ ਵੀ, ਮੇਰੇ ਬੱਚੇ ਨੂੰ ਜਾਂ ਕਿਸੇ ਵੀ ਬੱਚੇ ਨੂੰ ਸੁਣਾਈਏ, ਮੈਨੂੰ ਲੱਗਦਾ ਉਹ ਇੰਟਰਸਟ ਪੈਦਾ ਕਰਦੀਆਂ ਨੇ ਵੀ ਉਸ ਤੋਂ ਅੱਗੇ ਅਸੀਂ ਕਿੰਨਾ ਕੁ ਸੋਚਿਆ ਜਾਂ ਕਿੰਨਾ ਕੁ ਸਮਝਿਆ ਬੱਚਿਆਂ ਦੇ ਮਨੋਵਿਗਿਆਨ ਨੂੰ, ਬੱਚਿਆਂ ਦੀ ਮਨੋਸਥਿਤੀ ਨੂੰ। ਇਹਦੇ 'ਚ ਆਪਣੇ ਆਪ 'ਚ ਹੀ ਇਹ ਗੱਲ ਆ ਕਿ ਜੇ ਤੁਸੀਂ ਮਨੋਵਿਗਿਆਨ ਨੂੰ, ਬੱਚਿਆਂ ਦੇ ਨੂੰ ਫੜ ਕੇ ਗੱਲ ਨਹੀਂ ਕਰੋਗੇ ਤੇ ਉਹ ਗੱਲ ਅਧੂਰੀ ਰਹੇਗੀ। ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ, ਬਾਲ ਕਹਾਣੀ ਉੱਪਰ ਲਿਖ ਦੇਣ ਦੇ ਨਾਲ ਬਾਲ ਸਾਹਿਤ ਨਹੀਂ ਹੋ ਜਾਂਦਾ। ਦੂਸਰੀ ਚੀਜ਼ ਮੈਨੂੰ ਇਹ ਲੱਗਦਾ ਕਿ ਚੀਜ਼ਾਂ ਬਦਲਣ ਦੇ ਨਾਲ ਨਾ ਸਾਨੂੰ ਇੱਕ ਟਰੀਟਮੈਂਟ ਵੀ ਬਦਲਣ ਦੀ ਲੋੜ ਆ ਜੀ, ਹੈ ਨਾ। ਹੁਣ ਤੁਸੀਂ ਜੇ ਲੂੰਬੜੀ ਵਾਲੀ ਕਹਾਣੀ ਬਹੁਤ ਖੂਬਸੂਰਤ ਕਹਾਣੀ ਆ, ਪਰ ਮੈਨੂੰ ਲੱਗਦਾ ਕਿ ਹੁਣ ਸਾਨੂੰ ਉਹਦੇ ਨਵੇਂ ਜਿਹੜੇ ਆ ਨਾ, ਨਵੇਂ ਵਰਜ਼ਨ ਲੱਭਣੇ ਪੈਣਗੇ, ਅਗਲੀਆਂ ਗੱਲਾਂ ਸੋਚਣੀਆਂ ਪੈਣਗੀਆਂ ਕਿ ਹੁਣ ਅੱਜ ਦੀ ਲੂੰਬੜੀ ਕਿਸ ਤਰ੍ਹਾਂ ਸੋਚ ਰਹੀ ਆ, ਅੱਜ ਦੀ ਲੂੰਬੜੀ ਦੀ ਕੀ ਜਗਿਆਸਾ ਵਾ, ਅੱਜ ਦੀ ਲੂੰਬੜੀ ਦੀ ਕੀ ਭਾਲ ਆ। ਸੋ ਸਾਨੂੰ ਉਹ ਚੀਜ਼ਾਂ ਵੀ ਐਡ ਆਨ ਕਰਨੀਆਂ ਪੈਣਗੀਆਂ। ਦੂਸਰੀ ਚੀਜ਼ ਮੈਂ ਨਾਲ ਹੀ ਜੋੜ ਕੇ ਤੁਹਾਨੂੰ ਇਹ ਵੀ ਦੱਸਦਾ ਕਿ ਸਾਨੂੰ ਇਹ ਵੀ ਦੇਖਣਾ ਪਏਗਾ ਕਿ ਜਿਹੜਾ ਅਜੋਕਾ ਬੱਚਾ ਵਾ ਜੀ, ਉਹਦੀਆਂ ਕਿਸ ਤਰ੍ਹਾਂ ਦੀਆਂ ਸੋਚਾਂ ਨੇ।
ਉਹਦੇ ਕਿਸ ਤਰ੍ਹਾਂ ਦੇ ਮਸਲੇ ਨੇ, ਉਹਦੇ ਸਾਹਮਣੇ ਕਿਸ ਤਰ੍ਹਾਂ ਦੀਆਂ ਚੁਣੌਤੀਆਂ ਨੇ। ਤੁਸੀਂ ਦੇਖੋ ਨਾ, ਤੁਹਾਡਾ ਮੇਰਾ ਜਾਂ ਸਾਡੀਆਂ ਪੀੜ੍ਹੀਆਂ ਦਾ ਜਿਹੜਾ ਬਚਪਨ ਸੀ, ਉਹ ਤਾਂ ਅੱਜ ਦੇ ਬੱਚਿਆਂ ਦਾ ਬਚਪਨ ਉਹ ਰਿਹਾ ਨਹੀਂ। ਉਹਨਾਂ ਕੋਲੇ ਸੋਰਸ ਸਾਡੇ ਨਾਲੋਂ ਕਿਤੇ ਵੱਧ ਨੇ ਜੀ। ਹੁਣ ਬੱਚੇ, ਜਿਵੇਂ ਤੁਸੀਂ ਕਾਰਟੂਨ ਦੀ ਗੱਲ ਕਰਤੀ ਪਹਿਲਾਂ ਹੀ, ਜਿਹੜਾ ਬੱਚਾ ਟੀਵੀ ਤੇ ਉਹ ਦੇਖ ਰਿਹਾ, ਹੁਣ ਤੁਸੀਂ ਦੇਖੋ ਵੀ ਕਾਰਟੂਨ ਸੱਚਮੁੱਚ ਦੇਖਣ ਵਾਲੀ ਚੀਜ਼ ਹੁੰਦੇ, ਵੈਸੇ ਵੱਡਿਆਂ ਨੂੰ ਵੀ ਦੇਖ ਲੈਣੇ ਚਾਹੀਦੇ। ਉਹ ਸਿਰੇ ਦੀ ਕ੍ਰੀਏਟੀਵਿਟੀ ਹੁੰਦੀ ਉਹਨਾਂ 'ਚ। ਹਾਂ, ਬਹੁਤ ਜੇ ਕੋਈ ਰਫ ਜੀ ਕਿਸਮ ਦਾ ਹੈਗਾ, ਉਹ ਗੱਲ ਨਹੀਂ ਮੈਂ ਕਰਦਾ, ਪਰ ਕੁਝ ਕ੍ਰੀਏਟਿਵ ਚੀਜ਼ਾਂ ਦੇਖੀਆਂ ਜਾ ਸਕਦੀਆਂ, ਦੇਖਣ ਲਾਇਕ ਹੁੰਦੀਆਂ। ਤਾਂ ਜਦੋਂ ਬੱਚਾ ਇੰਨਾ ਜ਼ਿਆਦਾ ਕੁਝ ਕ੍ਰੀਏਟਿਵ ਦੇਖੇਗਾ ਤਾਂ ਉਹਦੇ ਪੈਰਲਰ ਨੂੰ ਕਹਾਣੀ 'ਚੋਂ ਜੇ ਉਹ ਰਸ ਨਹੀਂ ਲੱਭ ਰਿਹਾ ਤਾਂ ਜੁੜੇਗਾ ਨਹੀਂ। ਸਾਨੂੰ ਇਹ ਚੀਜ਼ ਪੈਦਾ ਕਰਨੀ ਪਏਗੀ ਕਿ ਜੇ ਅਸੀਂ ਉਸ ਯੁੱਗ ਦੇ ਬੱਚੇ ਨੂੰ ਮੁਖਾਤਿਬ ਹੋ ਰਹੇ ਹਾਂ ਤਾਂ ਅਸੀਂ ਉਹਦੇ ਲਈ ਉਹਦੇ ਪੱਧਰ ਦੀਆਂ, ਉਹਦੇ ਹਾਨ ਦੀਆਂ, ਉਹਦੇ ਹਿਸਾਬ ਦੀਆਂ ਚੀਜ਼ਾਂ ਲੈ ਕੇ ਜਾਈਏ। ਸਾਡੇ ਕੋਲੇ ਕਿਸ਼ੋਰ ਵੀ ਨੇ, ਜਿਹੜੇ ਥੋੜ੍ਹੇ ਵੱਡੇ ਬੱਚੇ ਨੇ, ਉਹ ਕਿਸ ਤਰ੍ਹਾਂ ਦੀਆਂ ਚੀਜ਼ਾਂ ਸੋਚਦੇ ਨੇ, ਸਾਨੂੰ ਉਹਨਾਂ ਨੂੰ ਵੀ ਮੱਦੇ ਨਜ਼ਰ ਰੱਖਣ ਦੀ ਲੋੜ ਆ। ਪੰਜਾਬੀ ਦੇ ਵਿੱਚ ਬਹੁਤ ਸਾਰੀਆਂ ਸਾਡੇ ਕੋਲੇ ਖੂਬਸੂਰਤ ਕਿਤਾਬਾਂ ਵੀ ਨੇ। ਦਿੱਲੀ ਤੋਂ ਨੇ ਜਗਦੀਸ਼ ਕੌਸ਼ਲ ਹੁਣੀ, ਬਹੁਤ ਖੂਬਸੂਰਤ ਨੇ ਉਹਨਾਂ ਦੀਆਂ ਰਚਨਾਵਾਂ। ਹਿੰਦੀ ਦੇ ਕਹਾਣੀਕਾਰ ਪੰਜਾਬੀ 'ਚ ਲਿਖਦੇ ਨੇ, ਪੰਜਾਬੀ 'ਚ ਨੇ, ਉਹਨਾਂ ਦੀਆਂ ਬਹੁਤ ਸਾਰੀਆਂ ਖੂਬਸੂਰਤ ਕਹਾਣੀਆਂ ਨੇ। ਉਹ ਸਕੂਲ ਅਧਿਆਪਕ ਨੇ ਔਰ ਉਹਨਾਂ ਨੇ ਕਿਸ਼ੋਰਾਂ 'ਤੇ ਬਹੁਤ ਲਿਖਿਆ। ਮਤਲਬ ਜਿਹੜੇ ਥੋੜ੍ਹੇ ਵੱਡੇ ਬੱਚੇ ਨੇ ਉਹ ਕਿਸ ਤਰ੍ਹਾਂ ਸੋਚਦੇ ਨੇ। ਉਹਨਾਂ ਦਾ ਇੱਕ ਨਾਵਲ ਮੇਰੇ ਚੇਤਿਆਂ 'ਚ ਅਜੇ ਵੀ ਹੈਗਾ, ਇੱਕ ਗਵਾਚਿਆ ਮੁੰਡਾ, ਬਹੁਤ ਸ਼ਾਨਦਾਰ ਨਾਵਲ ਆ। ਉਸ ਨਾਵਲ ਦੇ ਵਿੱਚ ਉਹਨਾਂ ਨੇ ਇੱਕ ਐਸੇ ਬੱਚੇ ਦੀ ਕਹਾਣੀ ਘੜੀ ਆ ਜਿਹੜਾ ਸਕੂਲ ਜਾਂਦਾ, ਪੜ੍ਹਨ ਤੋਂ ਡਰਦਾ, ਕੰਮ ਨਹੀਂ ਕਰਨਾ ਚਾਹੁੰਦਾ, ਪੇਪਰਾਂ 'ਚ ਬਿਨਾਂ ਮਿਹਨਤ ਤੋਂ ਪਾਸ ਹੋਣਾ ਚਾਹੁੰਦਾ, ਅਤੇ ਉਹ ਕਿਸੇ ਇੱਕ ਤਿਲਸਮੀ ਪੰਛੀ ਦੀ, ਜਾਨਵਰ ਦੀ ਭਾਲ ਕਰਦਾ। ਸ਼ਾਇਦ ਮੈਂ ਗਲਤ ਨਾ ਹੋਵਾਂ, ਉਹੀ ਕਹਾਣੀਕਾਰ ਨੇ ਜਿਨ੍ਹਾਂ ਨੇ ਲਿਖਿਆ ਸੀ ਮੈਂ ਹੁਣ ਚੌੜ ਨਹੀਂ ਕਰਦਾ। ਬਿਲਕੁਲ, ਬਹੁਤ ਸ਼ਾਨਦਾਰ ਕਹਾਣੀ ਆ। ਤੁਸੀਂ ਉਹਦਾ ਰੈਫਰੈਂਸ ਦਿੱਤਾ, ਉਹ ਕਹਾਣੀ ਤੁਸੀਂ ਪੜ੍ਹੀ ਵੀ, ਉਹ ਤੇ ਨਾਟਕ ਵੀ ਬਣਾਇਆ। ਲੂ ਕੰਡੇ ਖੜੇਗਾ, ਬਿਲਕੁਲ। ਉਹ ਕਹਾਣੀ ਪੰਜਾਬੀ 'ਚ ਜੇ ਕਿਸੇ ਨੇ ਵੀ ਪੜ੍ਹੀ ਹੋਵੇ ਤਾਂ ਕਿਹੜਾ ਤੁਸੀਂ ਕੰਮ ਸਾਰਿਆਂ ਨੂੰ ਪੜ੍ਹਨੀ ਚਾਹੀਦੀ ਆ। ਫਿਰ ਤੁਹਾਨੂੰ ਸਮਝ ਆਉਂਦਾ ਕਿ ਬੱਚੇ ਦਾ ਮਨ ਕਿਸ ਤਰ੍ਹਾਂ ਦਾ ਹੁੰਦਾ, ਬੱਚੇ ਦੇ ਮਨ ਦੀ ਕੋਮਲਤਾ ਕਿਸ ਤਰ੍ਹਾਂ ਦੀ ਹੁੰਦੀ, ਉਹਦੇ ਤੇ ਅਸਰ ਕਿੱਦਾਂ ਕਰਦੀਆਂ ਨੇ ਚੀਜ਼ਾਂ। ਪਾਲੀ ਖਾਦਮ ਸਾਡੇ ਮਿੱਤਰ ਨੇ, ਉਹਨਾਂ ਦਾ ਨਾਵਲ ਆ ਜਾਦੂ ਪੱਤਾ, ਛੋਟਾ ਜਿਹਾ ਨਾਵਲ ਆ, 50 ਸਫ਼ਿਆਂ ਦਾ। ਉਹ ਬਹੁਤ ਖੂਬਸੂਰਤ ਆ ਔਰ ਉਹਦੇ ਵਿੱਚ ਉਹਨਾਂ ਨੇ ਸਾਇੰਸ ਫਿਕਸ਼ਨ ਕਿਸਮ ਦਾ ਨਾਵਲ ਆ ਉਹ ਜੀ। ਬੱਚੇ ਜਿਵੇਂ ਟੀਵੀ 'ਚ ਦੇਖਦੇ ਨੇ ਏਲੀਅਨਸ ਬਾਰੇ, ਏਲੀਅਨਸ ਨੇ, ਕੋਈ ਹੋਰ ਗ੍ਰਹਿ ਹੈ, ਧਰਤੀ ਤੋਂ ਪਾਰ ਕੋਈ ਹੋਰ ਦੁਨੀਆ, ਉਸ ਸਾਰੇ ਕੁਝ ਨਾਲ ਜੋੜ ਕੇ ਉਹਨਾਂ ਨੇ ਆਪਣਾ ਇੱਕ ਪਾਤਰ ਸਿਰਜਿਆ, ਗੋਪਾਲਾ ਨਾਮ ਦਾ, ਤੇ ਉਹਦੀ ਕਹਾਣੀ ਅੱਗੇ ਤੁਰਦੀ ਆ। ਸੋ ਸਾਨੂੰ ਇਸ ਤਰ੍ਹਾਂ ਦੀਆਂ ਨਾ ਨਵੀਆਂ ਗੱਲਾਂ ਸੋਚਣੀਆਂ ਪੈਣਗੀਆਂ ਵੀ ਜਦੋਂ ਅਸੀਂ ਅੱਜ ਕੱਲ੍ਹ ਦੇ ਬੱਚਿਆਂ ਦੇ ਮੁਖਾਤਿਬ ਹੋ ਰਹੇ ਹਾਂ, ਜਿਨ੍ਹਾਂ ਕੋਲੇ ਕੰਪਿਊਟਰ ਵੀ ਹੈਗਾ, ਜਿਨ੍ਹਾਂ ਕੋਲੇ ਮੋਬਾਈਲ ਵੀ ਹੈ, ਜਿਨ੍ਹਾਂ ਨੂੰ ਇੰਟਰਨੈਟ ਵੀ ਮਿਲ ਰਿਹਾ, ਜਿਨ੍ਹਾਂ ਦੇ ਸੁਪਨਿਆਂ ਦੇ ਵਿੱਚ, ਜਿਨ੍ਹਾਂ ਦੇ ਖਿਆਲਾਂ ਦੇ ਵਿੱਚ ਸਾਡੇ ਨਾਲੋਂ ਅਲੱਗ ਤਰ੍ਹਾਂ ਦੀ ਦੁਨੀਆ, ਕਿਉਂਕਿ ਅਸੀਂ ਬਹੁਤ ਸਿੱਧੀ ਸਾਦੀ ਜ਼ਿੰਦਗੀ ਦੇਖੀ ਸੀ ਔਰ ਦੁਨੀਆ 20-30 ਸਾਲਾਂ 'ਚ ਇਸ ਕਦਰ ਬਦਲ ਗਈ ਹੈ ਕਿ ਤੁਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ। ਤਾਂ ਸੋ ਸੂਰਤ ਹਾਲ 'ਚ ਜਦੋਂ ਇਸ ਤਰ੍ਹਾਂ ਦੇ ਲੋਕ, ਇਸ ਤਰ੍ਹਾਂ ਦੀ ਦੁਨੀਆ ਵਸ ਜੇ, ਨਵੇਂ ਲੋਕ ਆ ਜਾਣ ਕਹਿ ਲਓ, ਤਾਂ ਉਦੋਂ ਤੁਹਾਨੂੰ ਨਵੇਂ ਮਾਪਦੰਡ ਘੜਨੇ ਪੈਣਗੇ। ਜਿਵੇਂ ਨਵੇਂ ਵਰਜਨ ਦੀ ਤੁਸੀਂ ਗੱਲ ਕਰਦੇ ਹੋ, ਜੋ ਪੁਰਾਣੀਆਂ ਕਹਾਣੀਆਂ ਵੀ ਨੇ ਜਿਨ੍ਹਾਂ ਨੂੰ ਲੋਕ ਜਾਂ ਬੱਚੇ ਸੁਣਨਾ ਪਸੰਦ ਕਰਦੇ ਨੇ। ਅੱਜ ਵੀ ਕਈ ਵਾਰੀ ਨਾਨੀ ਜਾਂ ਦਾਦੀ ਜਾਂ ਮਾਤਾ ਸੁਣਾਈ ਦਿੰਦੀ ਆ, ਪਿਆਸੇ ਕਾਂ ਵਾਲੀ ਤਾਂ ਅਕਸਰ ਹੀ ਸੁਣਾ ਦਿੰਦੇ ਨਾ, ਪੜ੍ਹਾਈ ਵੀ ਜਾਂਦੀ ਹੈ ਬੱਚਿਆਂ ਨੂੰ ਹੁਣ ਵੀ। ਜਿਵੇਂ ਉਹ ਕਹਾੜੇ ਵਾਲੀ ਤੁਸੀਂ ਕਹਾਣੀ ਸੁਣਾ ਰਹੀ, ਲੱਕੜਹਾਰੇ ਵਾਲੀ, ਵੀ ਤੁਸੀਂ ਉਸ ਤੇ ਇੱਕ ਨਵੀਂ, ਵੀ ਉਸ ਤੋਂ ਅਗਲੀ ਪੀੜ੍ਹੀ ਆ ਗਈ ਜੀ ਉਸ ਲੱਕੜਹਾਰੇ ਦੀ, ਉਹ ਥੋੜ੍ਹੀ ਜਿਹੀ ਸਾਂਝੀ ਕਰੋ। ਉਹ ਮੈਂ ਇਵੇਂ ਸੋਚਦਾ ਕਿ ਦੇਖੋ, ਲੱਕੜਹਾਰਾ ਸੀ ਜਦੋਂ, ਉਹ ਸੱਚਮੁੱਚ ਇਮਾਨਦਾਰ ਸੀ, ਦੁਨੀਆ ਇਮਾਨਦਾਰਾਂ ਦੀ ਸੀਗੀ। ਪਹਿਲਾ ਸਮਾਂ, ਪੁਰਾਣਾ ਸਮਾਂ, ਉਦੋਂ ਕੋਈ 100 ਸਾਲ ਕਹਿ ਲਓ, ਜਿੰਨਾ ਵੀ ਹੋਵੇ। ਉਸ ਬੁੱਢੇ ਦੀ, ਉਸ ਬਜ਼ੁਰਗ ਲੱਕੜਹਾਰੇ ਦੀ ਕਥਾ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਹੁਣ ਜਦੋਂ ਉਹਦੀਆਂ ਅਗਲੀਆਂ ਪੀੜ੍ਹੀਆਂ ਆਉਣਗੀਆਂ, ਹੁਣ ਉਹਦੀਆਂ ਅਗਲੀਆਂ ਪੀੜ੍ਹੀਆਂ, ਕੁਦਰਤੀ ਗੱਲ ਆ, ਉਹਦੇ ਤੋਂ ਵੱਖਰੀ ਤਰ੍ਹਾਂ ਦੀਆਂ ਹੋਣਗੀਆਂ, ਐਡਵਾਂਸ ਵੀ ਹੋਣਗੀਆਂ, ਸੁੱਖ ਰਹਿਣਗੀਆਂ ਵੀ ਹੋਣਗੀਆਂ। ਮੁੰਡਾ ਉਹਦਾ ਆ ਗਿਆ, ਉਹ ਕੰਮ ਨਹੀਂ ਕਰਨਾ ਚਾਹੁੰਦਾ, ਉਹਨੂੰ ਲੱਕੜਾਂ ਵੱਢਣੀਆਂ ਬਹੁਤ ਔਖੀਆਂ ਲੱਗਦੀਆਂ ਨੇ। ਉਹ ਸੋਚਦਾ ਕਿ ਬਾਪੂ ਨੂੰ ਦੇਵਤੇ ਨੇ ਚਾਂਦੀ ਦਾ ਕੁਹਾੜਾ ਲੱਭ ਕੇ ਦਿੱਤਾ ਸੀ ਜਾਂ ਸੋਨੇ ਦਾ ਕੁਹਾੜਾ ਲੱਭ ਕੇ ਦਿੱਤਾ ਸੀ, ਮੈਂ ਪੁੱਛਾਂ ਵੀ ਕਿੱਥੇ ਆ ਬਾਪੂ ਕੋਲੇ, ਵੀ ਉਹ ਹੋਵੇ ਤਾਂ ਵਾਧੂ ਪੈਸੇ ਹੋ ਜਾਣਗੇ, ਲੱਕੜਾਂ ਨਹੀਂ ਕੱਟਣੀਆਂ ਪੈਣਗੀਆਂ ਜੰਗਲ 'ਚ ਜਾ ਕੇ। ਬਾਪੂ ਨੂੰ ਪੁੱਛਦਾ, ਬਾਪੂ ਦੱਸਦਾ ਕਿ ਭਾਈ ਉਹ ਤਾਂ ਦੇਵਤੇ ਦਾ ਸੀ, ਮੈਂ ਵਾਪਸ ਕਰਤਾ। ਮੁੰਡਾ ਸੋਚਦਾ ਵੀ ਬਾਪੂ ਕਮਲਾ ਸੀ, ਮੈਂ ਕੁਛ ਨਵੀਂ ਜੁਗਤ ਲੜਾਉਂਦਾ। ਉਹ ਵੀ ਉਸੇ ਤਰ੍ਹਾਂ ਨਦੀ 'ਚ ਜਾ ਕੇ ਕੁਹਾੜਾ ਸੁੱਟ ਦਿੰਦਾ, ਦੇਵਤਾ ਪ੍ਰਗਟ ਹੁੰਦਾ, ਸੋਨੇ ਦਾ ਕੁਹਾੜਾ ਕੱਢ ਕੇ ਲੈ ਕੇ ਆਉਂਦਾ। ਉਹ ਕਹਿੰਦਾ ਵੀ ਲੈ, ਉਹਦੇ ਮਨ 'ਚ ਲਾਲਚ ਹੁੰਦਾ ਨਾ, ਉਹ ਪਹਿਲਾਂ ਹੀ ਮੰਗ ਲੈਂਦਾ, ਕਹਿੰਦਾ ਜੀ ਹਾਂਜੀ ਹਾਂਜੀ ਮੇਰਾ ਹੀ ਆ। ਹਾਲਾਂਕਿ ਉਹਦੇ ਬਾਪ ਨੇ ਇਸ ਤਰ੍ਹਾਂ ਕੀਤਾ ਸੀ, ਉਹਨੇ ਇਨਕਾਰ ਕਰਤਾ ਸੀ ਵੀ ਇਹ ਮੇਰੀ ਚੀਜ਼ ਨਹੀਂ ਗੀ, ਮੈਂ ਨਹੀਂ ਲੈਣੀ। ਪਰ ਮੁੰਡਾ ਕਿਉਂਕਿ ਗਿਆ ਹੀ ਇਸੇ ਮਨਸ਼ਾ ਦੇ ਨਾਲ ਹੁੰਦਾ, ਉਹ ਸੋਨੇ ਦਾ ਕੁਹਾੜਾ ਲੈ ਕੇ ਆਉਂਦਾ, ਉਹਦੇ ਪੈਸੇ ਕਮਾਉਂਦਾ, ਐਸ਼ ਦੀ ਜ਼ਿੰਦਗੀ ਜਿਉਂਦਾ। ਜਦੋਂ ਪੈਸੇ ਮੁੱਕ ਜਾਂਦੇ ਨੇ, ਮੁੜ ਉਹੀ ਤਰਤੀਬ
ਕਰਦਾ, ਦੁਹਰਾਉਂਦਾ ਰਹਿੰਦਾ। ਉਹ 2 ਕੁ ਵਾਰੀਆਂ ਚੇਂਜ ਕਰਦਾ, ਤਾਂ ਜਦੋਂ ਤੀਸਰੀ ਵਾਰੀ ਜਾਂਦਾ ਤਾਂ ਦੇਵਤਾ ਉਹਦਾ ਹੀ ਪੁਰਾਣਾ ਕੁਹਾੜਾ ਕੱਢ ਕੇ ਉਹਨੂੰ ਕਹਿੰਦਾ ਵੀ ਆਹ ਚੱਕ ਲੈ ਜਾ, ਬਾਪ ਤੇਰਾ ਇਮਾਨਦਾਰ ਸੀ, ਤੂੰ ਉਹਦੇ ਵਰਗਾ ਨਹੀਂਗਾ, ਮਿਹਨਤ ਬਿਨਾ ਜਿਹੜਾ ਉਹ ਕੁਝ ਵੀ ਨਹੀਂ ਹੋ ਸਕਦਾ। ਉਹਦੇ ਜ਼ਿਹਨ ਦੇ ਵਿੱਚ, ਉਹਦੀ ਮਾਨਸਿਕਤਾ ਦੇ ਵਿੱਚ ਮਿਹਨਤ ਦਾ ਫਲਸਫਾ ਟਿਕਿਆ ਹੋਇਆ ਸੀਗਾ, ਤੇ ਤੂੰ ਨਿਰੋਲ ਲਾਲਚ ਦੀ ਬਿਰਤੀ ਦੇ ਨਾਲ ਆ ਰਿਹਾ ਔਰ ਬਾਰ-ਬਾਰ ਆ ਰਿਹਾ, ਤੂੰ ਇਹ ਸੋਚਦਾ ਕਿ ਹਰ ਵਾਰ ਇਸ ਤਰ੍ਹਾਂ ਚੀਜ਼ਾਂ ਸੌਖੀਆਂ ਹੀ ਪ੍ਰਾਪਤ ਹੋ ਜਾਣਗੀਆਂ, ਇੰਜ ਨਹੀਂ ਚੱਲਦਾ। ਤਾਂ ਫਿਰ ਆਖਰ ਉਹਨੂੰ ਜਦੋਂ ਦੇਵਤਾ ਮੋੜ ਦਿੰਦਾ ਖਾਲੀ ਹੱਥ, ਤਾਂ ਉਹ ਲੱਕੜ ਦੇ ਕੁਹਾੜੇ ਨਾਲ ਲੱਕੜਾਂ ਹੀ ਕੱਟ ਕੇ ਜੀਵਨ ਨਿਰਵਾਹ ਕਰਨਾ ਪੈਂਦਾ। ਸੋ ਇਸ ਤਰ੍ਹਾਂ ਦੇ ਨਿੱਕੇ ਮਤਲਬ ਸਿੱਟਾ, ਉਹ ਅਕਸਰ ਕਹਿੰਦੇ ਸਿੱਟਾ ਇਹੀ ਨਿਕਲਿਆ, ਮਿਹਨਤ ਹੀ ਕਰਨੀ ਪੈਣੀ। ਜਾਂ ਤੁਸੀਂ ਜਿਹੜਾ ਲਾਲਚ ਨਹੀਂ ਕਰ ਸਕਦੇ, ਉਹਦਾ ਵੀ ਨਤੀਜਾ ਲਾਸਟ ਤੇ ਬਿਲਕੁਲ 0 ਹੋ ਜਾਂਦਾ। ਸੋ ਇਸ ਤਰ੍ਹਾਂ ਨਵੀਆਂ ਚੀਜ਼ਾਂ, ਬੇਸ਼ੱਕ ਇਹ ਕੋਈ ਬਹੁਤ, ਮੈਂ ਕਹਿੰਦਾ ਵੀ ਬਹੁਤ ਵੱਡੀ ਜਾਂ ਵੱਖਰੀ ਗੱਲ ਨਹੀਂ, ਪਰ ਹੁਣ ਜਦੋਂ ਲੱਕੜ ਹਾਰੇ ਦੀ ਕਹਾਣੀ 2-3-4 ਪੀੜ੍ਹੀਆਂ ਨੇ ਸੁਣ ਲਈ, ਅਸੀਂ ਸਕੂਲਾਂ 'ਚ ਵੀ ਪੜ੍ਹਾ ਲਈ ਜਾਂ ਕਿਵੇਂ ਵੀ, ਤਾਂ ਉਸ ਤੋਂ ਅਗਲੀ ਪੀੜ੍ਹੀ ਨੂੰ ਜਦੋਂ ਜੋੜਨਾ ਤਾਂ ਥੋੜ੍ਹਾ ਜਿਹਾ ਕਨੈਕਟ ਕਰਨ ਲਈ ਤੁਸੀਂ ਲਿਖ ਹੀ ਦੇਣਾ ਵੀ ਅਗਲੀ ਪੀੜ੍ਹੀ ਆ ਗਈ ਤਾਂ ਅਗਲੀ ਪੀੜ੍ਹੀ ਨੇ ਆ ਕੀਤਾ। ਬੇਸਿਕਲੀ ਦੱਸਣਾ ਤਾਂ ਤੁਸੀਂ ਇਹੀ ਆ, ਇੱਕ 'ਚ ਇਹ ਦੱਸਿਆ ਸੀ ਵੀ ਇਮਾਨਦਾਰੀ ਬਹੁਤ ਵੱਡੀ ਚੀਜ਼ ਆ, ਦੂਜੀ 'ਚ ਇਹ ਦੱਸਿਆ ਵੀ ਬੇਈਮਾਨੀ ਦਾ ਸਿੱਟਾ 0 ਨਿਕਲਦਾ, ਜਾਂ ਬੇਈਮਾਨੀ ਦਾ ਕੋਈ ਫਲ ਪ੍ਰਾਪਤ ਨਹੀਂ ਹੁੰਦਾ, ਤੁਹਾਨੂੰ ਉਹਦਾ ਖਮਿਆਜਾ ਭੁਗਤਣਾ ਪੈਂਦਾ। ਜੀ, ਗੱਲ ਉਨੀ ਕੋਈ ਆ, ਤੁਸੀਂ ਸੁਨੇਹਾ ਹੀ ਦੇਣਾ ਚਾਹੁੰਦੇ ਆ। ਬਸ ਇਹ ਆ ਕਿ ਗੱਲ ਨੂੰ ਦੂਜੇ ਪਾਸਿਓਂ ਸ਼ੁਰੂ ਕਰ ਲਓ ਤਾਂ ਜੋ ਰੌਚਕ ਲੱਗਣ ਲੱਗ ਜੇ। ਸੋ ਰੌਚਕਤਾ ਦਾ ਅੰਸ਼ ਘੋਲਣਾ, ਕਿਉਂਕਿ ਬੱਚਿਆਂ ਦੇ ਸਾਹਿਤ ਦਾ ਤਾਂ ਸਭ ਤੋਂ ਜ਼ਰੂਰੀ ਐਲੀਮੈਂਟ ਇਹ ਆ ਕਿ ਉਹਨਾਂ ਨੂੰ ਬਹੁਤ ਹਲਕੇ ਫੁਲਕੇ ਲਹਿਜੇ ਦੇ ਵਿੱਚ ਤੁਸੀਂ ਸੋਹਣੀਆਂ ਗੱਲਾਂ ਵੀ ਦੱਸਣੀਆਂ, ਸੁਨੇਹਾ ਵੀ ਦੇਣਾ, ਰੌਚਕਤਾ ਵੀ ਬਣਾਉਣੀ, ਔਰ ਉਹਨਾਂ ਦਾ ਜਿਹੜਾ ਕਲਪਨਾ ਸੰਸਾਰ ਆ ਉਹਨੂੰ ਵੀ ਰੁਝਾਈ ਰੱਖਣਾ। ਜੀ, ਸੋ ਇਸ ਕਰਕੇ ਜ਼ਰੂਰੀ ਨੇ। ਤੁਹਾਡੀ ਕਿਤਾਬ 7 ਪਰੀਆਂ, ਇਹ ਕਹਾਣੀਆਂ ਦੀ ਕਿਤਾਬ ਹੈ। ਹਾਂ, ਬਿਲਕੁਲ। ਇਸ 'ਚ ਕਿਸ ਤਰ੍ਹਾਂ ਦੀਆਂ ਕਹਾਣੀਆਂ ਨੇ, ਜੇ ਤੁਸੀਂ ਇੱਕ ਅੱਧੀ ਕਹਾਣੀ ਮਤਲਬ ਦੱਸਣੀ ਚਾਹੁੰਦੇ ਹੋ? ਵੈਸੇ ਮੈਂ ਤੁਹਾਨੂੰ ਸੁਣਾਈਆਂ ਹੀ ਨੇ ਕਹਾਣੀਆਂ, ਪਰ ਇਹਦੇ ਵਿੱਚ ਵੀ ਸਾਰੀਆਂ ਉਸ ਤਰ੍ਹਾਂ ਦੀਆਂ ਹੀ ਕਹਾਣੀਆਂ ਨੇ ਜਿਹੜੀਆਂ ਤੁਸੀਂ ਲੋਕ ਕਹਾਣੀਆਂ ਦਾ ਜਿਨ੍ਹਾਂ 'ਚ ਅੰਸ਼ ਆ, ਕੁਝ ਬਿਲਕੁਲ ਨਿਰੋਲ ਉਸ ਤਰ੍ਹਾਂ ਦੀਆਂ ਕਹਾਣੀਆਂ ਨੇ ਜਿਹੜੀਆਂ ਸੈਲਫ ਕ੍ਰੀਏਟਡ ਨੇ, ਪਰ ਬਹੁਤ ਸਾਰੀਆਂ ਉਹ ਵੀ ਨੇ ਜਿਹੜੀਆਂ ਲੋਕ ਕਹਾਣੀਆਂ ਦਾ ਅੰਸ਼ ਨੇ ਥੋੜ੍ਹਾ, ਜਿਹੜੀਆਂ ਤੁਸੀਂ ਕਿਸੇ ਨਾ ਕਿਸੇ ਰੂਪ 'ਚ ਸੁਣੀਆਂ ਵੀ ਨੇ, ਬਾਤਾਂ ਦੇ ਰੂਪ 'ਚ, ਉਸ ਢੰਗ ਦੇ ਨਾਲ ਅੱਗੇ ਦੀ ਗੱਲ ਕੁਝ ਜੋੜ ਕੇ ਇਸ ਢੰਗ ਦੇ ਨਾਲ। ਜਿਵੇਂ ਅਸੀਂ ਬਹੁਤ ਸਾਰਿਆਂ ਨੇ ਬੱਕਰੇ ਦੀ ਕਹਾਣੀ ਸੁਣੀ ਵੀ ਇੱਕ ਬਹਾਦਰ ਬੱਕਰਾ ਸੀ, ਉਹ ਨਾਨਕੇ ਜਾਂਦਾ ਤੇ ਸਾਰੇ ਰਾਹ ਮੁਸੀਬਤਾਂ ਨੂੰ ਪਾਰ ਕਰਦਾ ਚਲਿਆ ਜਾਂਦਾ, ਫਿਰ ਵਾਪਸੀ ਤੇ ਉਹ ਸਾਰੀਆਂ ਮੁਸੀਬਤਾਂ ਉਹਨੂੰ ਮਿਲਦੀਆਂ, ਪਰ ਉਹ ਆਖਰ ਤੇ ਵਾਪਸ ਆ ਜਾਂਦਾ, ਹੈ ਨਾ, ਸਹੀ ਸਲਾਮਤ ਵਾਪਸ ਆ ਜਾਂਦਾ, ਸ਼ੇਰ ਚੀਤਿਆਂ ਦਾ ਮੁਕਾਬਲਾ ਕਰਦਾ ਵੀ ਤਰਤੀਬ ਦੇ ਨਾਲ, ਜੁਗਤ ਦੇ ਨਾਲ। ਤਾਂ ਅਸੀਂ ਬੱਚੇ ਨੂੰ ਇਹ ਦੱਸਣਾ ਚਾਹੁੰਦੇ ਹੁੰਦੇ ਕਿ ਵੀ ਭਾਈ ਜਿਹੜਾ ਬਹਾਦਰੀ ਹੁੰਦੀ ਆ, ਦਲੇਰੀ ਹੁੰਦੀ ਆ, ਸਵੈ ਵਿਸ਼ਵਾਸ ਹੁੰਦਾ, ਉਹ ਤੁਹਾਨੂੰ ਹਰ ਮੁਸੀਬਤ 'ਚੋਂ ਕੱਢ ਦਿੰਦਾ। ਸੋ ਇਸ ਤਰ੍ਹਾਂ ਦੀਆਂ ਦੇ ਵਿੱਚ ਕਹਾਣੀਆਂ ਨੇ। ਬੱਚਿਆਂ ਨੂੰ ਸੁਨੇਹਾ ਵੀ ਦੇਣਾ, ਕਿਉਂਕਿ ਮੈਂ ਜਿਵੇਂ ਤੁਹਾਨੂੰ ਦੱਸਿਆ ਲਾਜ਼ਮੀ ਹੁੰਦਾ, ਉਹਨਾਂ ਦੀ ਰੌਚਕਤਾ ਬਣਾਈ ਰੱਖਣੀ ਵੀ ਲਾਜ਼ਮੀ ਹੁੰਦੀ। ਮੈਂ ਇਸ ਤਰ੍ਹਾਂ ਦੀ ਕੋਸ਼ਿਸ਼ ਕੀਤੀ ਕਿ ਉਹਨਾਂ ਨੂੰ ਹਰ ਪੱਖ ਤੋਂ ਜਿਹੜਾ ਉਹ ਤਸੱਲੀ ਮਿਲ ਸਕੇ। ਜੀ, ਬਹੁਤ ਬਹੁਤ ਸ਼ੁਕਰੀਆ ਸਿਮਰਨ ਜੀ ਇਸ ਪ੍ਰੋਗਰਾਮ ਦੇ ਵਿੱਚ ਆਉਣ ਲਈ। ਧੰਨਵਾਦ ਜੀ।